Hello students, in this video we are going to discuss general properties of transition element. So first property is atomic radii. What is atomic radii? It is the distance between center of nucleus and to the outermost shell electron is called atomic radii. ਬਾਹਰ ਵਾਲੇ ਸ਼ੈਲ ਤੇ ਨਿਊਕਲੀਅਸ ਦੇ ਵਿਚਕਾਰ ਜਿੰਨਾ ਡਿਸਟੈਂਸ ਹੁੰਦਾ ਉਹਨੂੰ ਅਸੀਂ ਬੋਲਦੇ ਹਾਂ ਐਟੋਮਿਕ ਰੇਡੀਆਈ। ਜਿੰਨੇ ਸ਼ੈਲ ਜ਼ਿਆਦਾ ਹੋਣਗੇ ਉਨਾ ਇਹ ਡਿਸਟੈਂਸ ਜ਼ਿਆਦਾ ਹੋਏਗਾ। ਸੋ ਐਟੋਮਿਕ ਰੇਡੀਆਈ ਆਫ ਐਲੀਮੈਂਟਸ ਆਫ ਅ ਪਾਰਟਿਕੂਲਰ ਸੀਰੀਜ਼ ਡਿਕਰੀਜ਼ ਵਿਦ ਇਨਕਰੀਜ਼ ਇਨ ਐਟੋਮਿਕ ਨੰਬਰ। ਅਗਰ ਅਸੀਂ ਸੀਰੀਜ਼ ਦੀ ਗੱਲ ਕਰੀਏ ਔਰ ਸੀਰੀਜ਼ ਕਿੱਦਾਂ ਹੈ ਪੀਰੀਅਡ ਦੇ ਵਿੱਚ ਨੇ, ਠੀਕ ਹੈ, ਔਰ ਇਹਨਾਂ ਦੀ ਐਟੋਮਿਕ ਰੇਡੀਆਈ ਜਨਰਲੀ ਡਿਕਰੀਜ਼ ਕਰੇਗੀ ਵਿਦ ਇਨਕਰੀਜ਼ ਇਨ ਐਟੋਮਿਕ ਨੰਬਰ। ਡਿਕਰੀਜ਼ ਕਿਉਂ ਕਰੇਗੀ? क्योंकि ਇਹਦਾ ਕਾਰਨ ਅਸੀਂ +1 ਚ ਵੀ ਪੜਿਆ। ਦ ਐਟੋਮਿਕ ਰੇਡੀਅਸ ਡਿਕਰੀਜ਼ ਇਨ ਅ ਪੀਰੀਅਡ ਇਨ ਦ ਬਿਗਿਨਿੰਗ ਬਿਕੋਜ਼ ਦ ਇਨਕਰੀਜ਼ ਇਨ ਐਟੋਮਿਕ ਨੰਬਰ। ਜਿੱਦਾਂ ਅਸੀਂ ਪੀਰੀਅਡ ਦੇ ਵਿੱਚ ਮੂਵ ਕਰਦੇ ਹਾਂ ਐਟੋਮਿਕ ਨੰਬਰ ਵੱਧਦਾ, ਸ਼ੈਲ ਨਹੀਂ ਵੱਧਦੇ ਕਿਉਂਕਿ ਇਲੈਕਟ੍ਰੋਨ ਜਿਹੜੇ ਸੇਮ ਸ਼ੈਲ ਦੇ ਵਿੱਚ ਹੀ ਬਾਰ-ਬਾਰ ਐਡ ਹੁੰਦੇ ਆ। ਸੋ ਨਿਊਕਲੀਅਰ ਚਾਰਜ ਇਨਕਰੀਜ਼ ਕਰਦਾ ਹੈ। ਨਿਊਕਲੀਅਰ ਚਾਰਜ ਇਨਕਰੀਜ਼ ਕਰਨ ਦੇ ਨਾਲ ਜਿਹੜਾ ਇਹਨਾਂ ਦਾ ਸਾਈਜ਼ ਹੈ ਉਹ ਛੋਟਾ ਹੁੰਦਾ ਰਹਿੰਦਾ, ਇਸ ਕਰਕੇ ਐਟੋਮਿਕ ਰੇਡੀਅਸ ਜਿਹੜਾ ਆ ਉਹ ਪੀਰੀਅਡ ਦੇ ਵਿੱਚ ਡਿਕਰੀਜ਼ ਕਰਦਾ ਹੈ। ਅਗਰ ਅਸੀਂ ਇਹਨਾਂ ਸੀਰੀਜ਼ ਦੀ ਗੱਲ ਕਰੀਏ, ਇਹਨਾਂ ਵਿੱਚ ਡੀ ਇਲੈਕਟ੍ਰੋਨਸ ਦੀ ਫਿਲਿੰਗ ਹੁੰਦੀ ਆ ਔਰ ਜਿਹੜੇ ਡੀ ਇਲੈਕਟ੍ਰੋਨਸ ਹੁੰਦੇ ਆ ਇਹ ਇਹਨਾਂ ਦਾ ਸਕਰੀਨਿੰਗ ਇਫੈਕਟ ਹੁੰਦਾ ਹੈ, ਮਤਲਬ ਰੁਕਾਵਟ ਪਾਉਂਦੀ ਹੈ ਨਿਊਕਲੀਅਸ ਤੇ ਬਾਹਰ ਵਾਲੇ ਸ਼ੈਲ ਦੇ ਵਿੱਚ। ਇਹਨਾਂ ਦੀ ਰੁਕਾਵਟ ਇੰਨੀ ਜ਼ਿਆਦਾ ਨਹੀਂ ਹੁੰਦੀ। ਰੁਕਾਵਟ ਜ਼ਿਆਦਾ ਨਾ ਹੋਣ ਕਰਕੇ ਜਿਹੜਾ ਨਿਊਕਲੀਅਸ ਹੈ ਇਹ ਈਜ਼ਲੀ ਬਾਹਰ ਵਾਲੇ ਸ਼ੈਲ ਨੂੰ ਆਪਣੇ ਵੱਲ ਖਿੱਚ ਲੈਂਦਾ, ਜਿਸ ਕਰਕੇ ਇਹ ਵਾਲਾ ਸਾਈਜ਼ ਜਿਹੜਾ ਹੈ ਇਹ ਕੰਟਰੈਕਟ ਹੋ ਜਾਂਦਾ, ਛੋਟਾ ਹੋ ਜਾਂਦਾ, ਜਿਸ ਕਰਕੇ ਅਸੀਂ ਕਹਿੰਦੇ ਹਾਂ ਕਿ ਐਟੋਮਿਕ ਰੇਡੀਅਸ ਪੀਰੀਅਡ ਦੇ ਵਿੱਚ ਕੀ ਕਰਦਾ ਹੈ, ਡਿਕਰੀਜ਼ ਕਰਦਾ ਹੈ। ਇਹੀ ਲਿਖਿਆ the nuclear charge goes on increasing by unity. However, we know that the electron enters the penultimate shell and the d electron screen the s electron. ਜਿਹੜੇ d electron ਹੈ screen ਕਰਦੇ ਆ, but the screening effect of d electron is so small so that the electrostatic force of attraction increases between the nucleus and the outermost shell, ਜਿਸ ਕਰਕੇ ਸਕਰੀਨਿੰਗ ਇਫੈਕਟ ਘੱਟ ਹੋਣ ਕਰਕੇ ਨਿਊਕਲੀਅਸ ਜਿਹੜਾ ਬਾਹਰ ਵਾਲੇ ਸ਼ੈਲ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ਤੇ ਸਾਈਜ਼ ਕੀ ਹੋ ਜਾਂਦਾ, ਘੱਟ ਹੋ ਜਾਂਦਾ। ਹੁਣ ਇੱਥੇ ਕੁਝ ਐਕਸੈਪਸ਼ਨਲ ਕੇਸਿਸ ਨੇ। ਜਿਹੜਾ ਸਾਈਜ਼ ਹੈ ਇਹ ਕ੍ਰੋਮੀਅਮ ਤੋਂ ਬਾਅਦ ਥੋੜਾ ਮੈਗਨੀਸ ਤੇ ਜਾ ਕੇ ਇਨਕਰੀਜ਼, ਫਿਰ ਵੈਸੇ ਡਿਕਰੀਜ਼ ਕਰ ਰਿਹਾ, ਮੈਗਨੀਸ ਤੇ ਜਾ ਕੇ ਫਿਰ ਥੋੜਾ ਜਿਹਾ ਸ਼ਾਰਪ ਇਨਕਰੀਜ਼ ਆ ਗਿਆ, ਉਸ ਤੋਂ ਬਾਅਦ ਆਲਮੋਸਟ ਕਾਂਸਟੈਂਟ ਐਂਡ ਜਿੰਕ 'ਚ ਜਾ ਕੇ ਫਿਰ ਇੱਕਦਮ ਸ਼ਾਰਪ ਇਨਕਰੀਜ਼ ਆਇਆ। ਇਹ ਕੁਝ ਇਰੈਗੂਲਰ ਟ੍ਰੈਂਡਸ ਨੇ ਇਹਨਾਂ ਦੀਆਂ ਐਟੋਮਿਕ ਰੇਡੀਆਈਜ਼ ਦੇ ਵਿੱਚ। ਦੇਖੋ ਕ੍ਰੋਮੀਅਮ ਤੋਂ ਬਾਅਦ ਡੀ ਇਲੈਕਟ੍ਰੋਨ ਦੀ ਪੇਅਰਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ, ਔਰ ਡੀ ਇਲੈਕਟ੍ਰੋਨ ਦੀ ਪੇਅਰਿੰਗ ਜਦੋਂ ਜ਼ਿਆਦਾ ਕਿਹਦੇ ਵਿੱਚ ਹੁੰਦੀ ਹੈ, ਜ਼ਿੰਕ ਵਿੱਚ, ਔਰ ਜ਼ਿੰਕ ਵਿੱਚ ਇਲੈਕਟ੍ਰੋਨ ਰਿਪਲਸ਼ਨਸ ਹੋਣ ਕਰਕੇ ਇਹਨਾਂ ਦੀ ਜਿਹੜੀ ਐਟੋਮਿਕ ਰੇਡੀਆਈ ਹੁੰਦੀ ਹੈ ਉੱਤੇ ਇਨਕਰੀਜ਼ਡ ਨਿਊਕਲੀਅਰ ਚਾਰਜ ਵਾਲਾ ਕੰਸੈਪਟ ਨਹੀਂ ਲੱਗਦਾ। ਮਤਲਬ ਉਦੋਂ ਫਿਰ ਜਿਹੜਾ ਨਿਊਕਲੀਅਸ ਹੈ ਉਹ ਖਿੱਚਣ ਦੀ ਬਜਾਏ, ਕਿਉਂਕਿ ਰਿਪਲਸ਼ਨਸ ਹੀ ਇੰਨੀਆਂ ਜ਼ਿਆਦਾ ਹੁੰਦੀਆਂ ਕਿ ਉਹ ਸਾਈਜ਼ ਘਟਣ ਦੀ ਬਜਾਏ ਸਾਈਜ਼ ਜਿਹੜਾ ਐਕਸਪੈਂਡ ਕਰ ਜਾਂਦਾ, ਵੱਧ ਜਾਂਦਾ। ਇਸ ਕਰਕੇ ਇੱਥੇ ਯਕਦਮ ਇਨਕਰੀਜ਼ ਆਇਆ ਆਇਨੇਸ਼ਨ ਐਂਥੈਲਪੀਜ਼ ਦੇ ਵਿੱਚ। ਮੈਗਨੀਜ਼ ਤੋਂ ਇਹਨਾਂ ਵਿੱਚ ਇਲੈਕਟ੍ਰੋਨ ਦੀ ਪੇਅਰਿੰਗ ਹੋ ਰਹੀ ਹੈ, ਇੱਕ ਪੇਅਰਿੰਗ ਹੋ ਰਹੀ ਹੈ, ਪਰ ਇੱਥੇ ਪੇਅਰਿੰਗ ਤਾਂ ਹੋ ਰਹੀ ਹੈ ਪਰ ਇਹ ਪੇਅਰਿੰਗ ਦਾ ਇਫੈਕਟ ਇੰਨਾ ਜ਼ਿਆਦਾ ਨਹੀਂ ਹੈ, ਜਿਸ ਕਰਕੇ ਇਹਨਾਂ ਤੇ ਆਲਮੋਸਟ ਕਾਂਸਟੈਂਟ ਨੇ 126, 125, ਇਸ ਕਰਕੇ ਇਹਨਾਂ ਦੀ ਐਟੋਮਿਕ ਰੇਡੀਆਈਜ਼ ਇੱਥੇ ਆਲਮੋਸਟ ਕਾਂਸਟੈਂਟ ਨੇ। At the end of each period there is a slight increase in the atomic radii, same ਜੋ ਅਸੀਂ explain ਕੀਤਾ ਕਿ ਲਾਸਟ ਵਿੱਚ ਜਾ ਕੇ atomic radii ਦੇ ਵਿੱਚ slight increase ਆਏਗਾ। ਕਿਉਂ ਆਏਗਾ? ਕਿਉਂਕਿ ਉਹਨਾਂ ਵਿੱਚ ਕਿਆ ਹੋਣਗੀਆਂ, ਇਲੈਕਟ੍ਰੋਨ ਰਿਪਲਸ਼ਨਸ, ਜਿਸ ਕਰਕੇ ਜਿਹੜਾ ਸਾਈਜ਼ ਹੈ ਉਹ ਡਿਕਰੀਜ਼ ਹੋਣ ਦੀ ਬਜਾਏ ਉਹ ਐਕਸਪੈਂਡ ਹੋ ਜਾਏਗਾ, ਇਲੈਕਟ੍ਰੋਨ ਕਲਾਊਡ ਐਕਸਪੈਂਡ ਹੋ ਜਾਏਗਾ, ਇਸ ਕਰਕੇ ਸਾਈਜ਼ ਜਿਹੜਾ ਉਹ ਕੀ ਕਰ ਜਾਏਗਾ, ਇਨਕਰੀਜ਼ ਕਰ ਜਾਏਗਾ। ਸੋ ਇੱਥੇ ਅਸੀਂ ਯਾਦ ਰੱਖਣਾ ਹੈ ਕਿ ਜਿਹੜੀ ਕ੍ਰੋਮੀਅਮ ਹੈ, ਕ੍ਰੋਮੀਅਮ 'ਚ ਸਕੈਂਡੀਅਮ ਤੋਂ ਲੈ ਕੇ ਕ੍ਰੋਮੀਅਮ ਤੱਕ ਇਲੈਕਟ੍ਰੋਨ ਰਿਪਲਸ਼ਨਸ ਜਿਹੜੀਆਂ ਉਹ ਨਹੀਂ ਲੱਗਣਗੀਆਂ। ਉੱਥੇ ਹੀ ਇਨਕਰੀਜ਼ਡ ਨਿਊਕਲੀਅਰ ਚਾਰਜ ਵਾਲਾ ਕੰਸੈਪਟ ਹੀ ਲਾਵਾਂਗੇ ਕਿਉਂਕਿ ਉੱਥੇ ਪੇਅਰਿੰਗ ਸਟਾਰਟ ਨਹੀਂ ਹੋਈ, ਦੇयर ਇਜ਼ ਨੋ ਪੇਅਰਿੰਗ ਆਫ ਇਲੈਕਟ੍ਰੋਨ। ਸੋ ਉਸ ਤੋਂ ਬਾਅਦ ਇਲੈਕਟ੍ਰੋਨ ਦੀ ਪੇਅਰਿੰਗ ਸਟਾਰਟ ਹੁੰਦੀ ਹੈ, ਇਸ ਕਰਕੇ ਉੱਥੇ ਸਾਈਜ਼ ਜਿਹੜਾ ਆ ਉਹ ਆਲਮੋਸਟ ਕਾਂਸਟੈਂਟ ਹੁੰਦਾ ਹੋਇਆ ਉਸ ਤੋਂ ਬਾਅਦ ਵਧਣਾ ਸ਼ੁਰੂ ਹੋ ਜਾਂਦਾ। ਸੋ ਇਹ ਇਰੈਗੂਲਰ ਟ੍ਰੈਂਡ ਨੇ ਆਇਨਾਈਜੇਸ਼ਨ ਐਂਥੈਲਪੀਜ਼ ਦੇ ਵਿੱਚ। Next property is ionic radii.
आयनिक रेडियाई डिक्रीज विद इनक्रीज इन न्यूक्लीयर चार्ज, आयनिक रेडियाई भी डिक्रीज करेगी न्यूक्लीयर चार्ज के इनक्रीज करन नाल। इन्हां दे ट्रेंड ने सैकेंड ऑक्सीडेशन स्टेट का तो थर्ड ऑक्सीडेशन स्टेट का। फॉर द सेम ऑक्सीडेशन स्टेट आयनिक रेडियाई जनरली डिक्रीज विद इनक्रीज इन न्यूक्लीयर चार्ज, ये डिक्रीज ही करेगी। किते किते रेगूलर ट्रेंड्स ने इन्हां दे, उत्थे फिर वही कंसैप्ट आएगा इलैक्ट्रॉन इलैक्ट्रॉन रिपल्शन। नैक्सट प्रॉपर्टीज मैटैलिक करैक्टर। मैटैलिक करैक्टर की हुंदा है, कोई एलीमेंट जिन्नी जल्दी इलैक्ट्रॉन नूं लूज कर सकता है उहदे अकॉर्डिंग उहदा मैटैलिक करैक्टर होएगा। सो मैटल्स जिहड़ियां उन्हां दी इलैक्ट्रॉन लूज करन दी टेंडेंसी हुंदी है। जिन्नियां भी ट्रांजिशन एलीमेंट है सारियां मैटल्स ने। क्यों मैटल्स ने? क्योंकि इलैक्ट्रॉन लूज कर सकदियां। दे एग्जिबिट ऑल द करैक्टरिस्टिक्स ऑफ मैटल विद द एक्सैप्शन ऑफ जिंक कैडमियम मरकरी। जिंक कैडमियम ते मरकरी इन्हां नूं छड्ड के बाकी ट्रांजिशनस नूं असीं मैटल्स ही बोलते हैं। जिंक कैडमियम मरकरी इन्हां तों अनपेड इलैक्ट्रॉन नहीं है, इस करके इलैक्ट्रॉन लूज नहीं करदियां। सो बाकी इन्हां नूं छड्ड के बाकी जिहड़े हार्डर हुंदे आ, लैस वोलाटाइल ब्रिटल दैन एस ब्लॉक। मैटैलिक करैक्टर क्यों हुंदा इन्हां दा? मैटैलिक करैक्टर इज ड्यू टू लो आयनेशन एंथैल्पीज एंड नंबर ऑफ वेकेंट डी ऑर्बिटल। एक तो इन्हां दी आयनेशन एंथैल्पीज बहुत घट हुंदी है जिस करके आसानी नाल इलैक्ट्रॉन लूज कर सकदे आ, और दूसरा इन्हां तो खाली मतलब वेकेंट डी ऑर्बिटल हुंदे इन्हां दे बाहर वाले शैल दे विच। जिन्ने ज़्यादा इन्हां तो अनपेड इलैक्ट्रॉन होणगे उन्ना इन्हां दा मैटैलिक करैक्टर ज़्यादा होएगा। एक ये भी कंसैप्ट है, ग्रेटर द नंबर ऑफ अनपेड इलैक्ट्रॉन ग्रेटर विल बी द मैग्नेटिक करैक्टर। इन इस ट्रांजिशन सीरीज़ विच असीं इन्हां दी ट्रांजिशन सीरीज़ विच सारियां चों देखिया जाए तो क्रोमियम मोलिब्डेनम ते टंगस्टन इन्हां विच सब तो ज़्यादा अनपेड इलैक्ट्रॉन हुंदे जिस करके हार्ड मैटल्स मन्नियां गईयां। सो chromium, molybdenum ते tungsten, these have maximum number of unpaired electrons, so these are very hard metals. If we talk about density, all the metals have high density within a period. सारियां metals की density high हुंदी है, but density is inversely proportional to atomic radii. अगर atomic radii ज़्यादा होएगी density घट होएगी and vice versa. सो पीरीयड दे विच सानू पता है कि एटॉमिक रेडियाई सीरीज़ दे विच पीरीयड दे विच एटॉमिक रेडियाई क्या करती है? डिक्रीज करती है। इट मीनस इन्हां दी डेंसिटीज़ क्या करनगियां? इंक्रीज करनगियां, क्योंकि असीं उपर ही पढ़िया कि जिहड़ी डेंसिटी है इनवर्सली प्रोपोर्शनल टू एटॉमिक रेडियाई। सो पूरे ट्रांजिशन एलीमेंट्स दे विच ओसमियम ते इरीडियम ये अजिहियां मैटल्स ने जिन्हां दी हाई डेंसिटी हुंदी है। 22.57 ओसमियम दी और 22.61 इरीडियम सी। So these have very high densities. Next property is melting and boiling point. All the transition elements have very high melting and boiling point. जिन्नियां भी transition elements ने सारियां दे melting ते boiling point high हुंदे हैं। क्यों इन्हां दे high हुंदे हैं? क्योंकि इन्हां दे विच जिहड़ा bond हुंदा है जिन्हों असीं metallic bond बोलते हैं, that is very strong. इहदे strong होण दा एक होर कारण है क्योंकि इन्हां तो नंबर ऑफ अनपेयर्ड इलैक्ट्रॉन जिहड़े आ ज़्यादा हुंदे हैं। जिन्ने ज़्यादा अनपेयर्ड इलैक्ट्रॉन होंगे ग्रेटर द नंबर ऑफ अनपेयर्ड इलैक्ट्रॉन ग्रेटर विल बी दी मैटैलिक बॉन्डिंग। उन्नी इन्हां दे विचकार बॉन्डिंग ज़्यादा होएगी मैटल मैटल दे विच उन्ना बॉन्ड मजबूत होएगा जिस करके इन्हां दे मेल्टिंग पॉइंट्स हाई होणगे। जिंक कैडमियम मरकरी इन्हां दे मेल्टिंग पॉइंट लो हुंदे आ। क्वेश्चन इदां भी आ जांदा बोर्ड एग्जाम च कि वाई जिंक कैडमियम मरकरी आर सॉफ्ट मैटल, वाई दीज हैव लो मेल्टिंग पॉइंट। आंसर यही इक्को ही आएगा क्योंकि इन्हां च कोई भी अनपेड इलैक्ट्रॉन नहीं है, नो अनपेड इलैक्ट्रॉन, दैट्स वाई दीज आर सॉफ्ट मैटल और दीज आर नॉट रिगार्डेड एज ट्रांजिशन एलीमेंट्स। इन्होंने ट्रांजिशन एलीमेंट्स नहीं बोलते क्योंकि ट्रांजिशन एलीमेंट्स वही होंगे जिन्हों के डी ब्लॉक में अनपेड इलैक्ट्रॉन होंगे, जबकि इन्हों के जोड़े डी ऑर्बिटल अनपेड इलैक्ट्रॉन है ही नहीं, इस करके इन्हों असी ट्रांजिशन मैटल्स नहीं बोलते और ये सॉफ्ट मैटल्स होंदियां। सो इन्हां दे मेल्टिंग ते बॉइलिंग पॉइंट घट हुंदे हैं जिंक कैडमियम ते मरकरी दे। नेक्स्ट प्रॉपर्टी इज आयनेशन एंथैल्पीज। व्हाट इज आयनेशन एंथैल्पी? द एनर्जी रिक्वायर्ड टू रिमूव इलैक्ट्रॉन फ्रॉम आउटर मोस्ट बाहर कड्ढण ते जिन्नी एनर्जी चाहिदी हुंदी है उहनूं असीं बोलदे हैं आयनेशन एंथैल्पी। अगर असीं इन्हां दी आयनेशन एंथैल्पीज दे नूं कंपेयर करिए तो आयनेशन एंथैल्पी जिहड़ी है सीरीज़ दे विच इनक्रीज ही करेगी और डाउन द ग्रुप पे डिक्रीज करती है।
ਗਰੁੱਪ ਦੇ ਵਿੱਚ ਡਿਕਰੀਜ਼ ਕਰਦੇ ਆ, ਅਗਰ ਅਸੀਂ ਗਰੁੱਪ ਦੇ ਵਿੱਚ ਇਹਨੂੰ ਕੰਪੇਅਰ ਕਰੀਏ। ਪਰ ਅਸੀਂ ਜਿੱਦਾਂ ਕਿ ਅਸੀਂ ਸੀਰੀਜ਼ ਦੇ ਵਿੱਚ ਮੈਂ ਲਿਖਿਆ ਨੂੰ ਗਰੁੱਪ ਵਾਂਗ ਹੈ, ਪਰ ਹੈ ਇਹ ਸੀਰੀਜ਼ ਹੀ ਹੈ। ਸੀਰੀਜ਼ ਦੇ ਵਿੱਚ ਇਹ ਕੀ ਕਰਦੀ ਹੈ, ਇਨਕਰੀਜ਼ ਕਰਦੀ ਹੈ, ਮਤਲਬ ਥੱਲੇ ਨੂੰ ਇਨਕਰੀਜ਼ ਕਰੇਗੀ ਪਰ ਕਿਤੇ ਕਿਤੇ ਡਿਕਰੀਜ਼ ਕਰੇਗੀ, ਮਤਲਬ ਇਰਰੈਗੂਲਰ ਟ੍ਰੈਂਡਸ ਨੇ ਇਹਨਾਂ ਦੇ। ਦ ਇਰਰੈਗੂਲਰ ਟ੍ਰੈਂਡ ਇਨ ਫਸਟ ਟ੍ਰਾਂਜੀਸ਼ਨ ਸੀਰੀਜ਼ ਡਿਊ ਟੂ ਰਿਮੂਵਲ ਆਫ 1 ਇਲੈਕਟ੍ਰੋਨ, ਕਿਉਂਕਿ ਜਦੋਂ ਇੱਕ ਇਲੈਕਟ੍ਰੋਨ ਨਿਕਲਦਾ ਹੈ ਤਾਂ ਉਦੋਂ ਐਨਰਜੀਜ਼ ਦੇ ਵਿੱਚ ਚੇਂਜ ਆਉਂਦਾ ਹੈ। 4s ਤੇ 3d ਆਰਬਿਟਲ ਦੀ ਐਨਰਜੀਜ਼ 'ਚ ਚੇਂਜ ਆਉਂਦਾ ਹੈ, ਤੇ ਉਹਦੀ ਐਨਰਜੀਜ਼ ਚੇਂਜ ਆਉਣ ਕਰਕੇ ਇਹਨਾਂ ਦੇ ਜਿਹੜੇ ਟ੍ਰੈਂਡਸ ਨੇ ਇਰਰੈਗੂਲਰ ਨੇ। ਸੋ ਕ੍ਰੋਮੀਅਮ ਤੇ ਕਾਪਰ ਇਹਨਾਂ ਦੀ ਹਾਈ, ਬਾਕੀਆਂ ਦੇ ਮੁਕਾਬਲੇ ਇਹਨਾਂ ਦੀ ਹਾਈ ਆਇਨੇਸ਼ਨ ਐਂਥੈਲਪੀ ਹੁੰਦੀ ਹੈ, ਕਿਉਂਕਿ ਇਹਨਾਂ ਦੀ ਐਕਸਟਰਾ ਸਟੇਬਿਲਿਟੀ ਹੁੰਦੀ ਹੈ ਇਹਨਾਂ ਦੇ ਕੋਲ ਡਿਊ ਟੂ ਹਾਫ ਫਿਲਡ ਐਂਡ ਫੁੱਲੀ ਫਿਲਡ ਕਨਫਿਗਰੇਸ਼ਨਸ। ਸੈਕਿੰਡ, ਦ ਵੈਲਿਊ ਆਫ ਸੈਕਿੰਡ ਆਇਨੇਸ਼ਨ ਐਂਥੈਲਪੀ ਫॉर ਜ਼ਿੰਕ ਇਜ਼ ਲੋ। ਦੇਖੋ ਜ਼ਿੰਕ ਦੀ ਸੈਕਿੰਡ ਆਇਨੇਸ਼ਨ ਐਂਥੈਲਪੀ ਘੱਟ ਹੁੰਦੀ ਹੈ, ਠੀਕ ਹੈ, ਜਿਹਦਾ ਬਾਕੀ ਐਲੀਮੈਂਟਸ ਦੇ ਨਾਲ ਜਿਹੜਾ ਹੈ ਕੰਪੇਅਰ ਕੀਤਾ ਜਾਏ। ਕਿਉਂ ਘੱਟ ਹੁੰਦੀ ਹੈ? ਕਿਉਂਕਿ ਇੱਕ ਇਲੈਕਟ੍ਰੋਨ ਲੂਜ਼ ਕਰਨ ਤੋਂ ਬਾਅਦ ਜਦੋਂ ਅਸੀਂ ਦੂਸਰਾ ਇਲੈਕਟ੍ਰੋਨ ਲੂਜ਼ ਕਰਦੇ ਹਾਂ ਤੇ ਇਹਦੀ ਆਲਮੋਸਟ ਸਟੇਬਲ ਕਨਫਿਗਰੇਸ਼ਨ ਆ ਜਾਂਦੀ ਹੈ। ਇਸ ਕਰਕੇ ਇਹਨਾਂ ਦੀਆਂ ਜਿਹੜੀਆਂ ਆਇਨੇਸ਼ਨ ਐਂਥੈਲਪੀਜ਼ ਹੈ ਉਹ ਸਟੇਬਲ ਹੋ ਜਾਣ ਕਰਕੇ ਆਇਨੇਸ਼ਨ ਐਂਥੈਲਪੀ ਘੱਟ ਹੋਏਗੀ ਐਜ਼ ਕੰਪੇਅਰ ਟੂ ਅਦਰ ਐਂਥੈਲਪੀਜ਼। ਸੋ these are the irregular trends in ionization enthalpies. Next is oxidation state. Transition metals have variable oxidation states. Variable मतलब एक तो ज़्यादा oxidation state show कर सकते हैं। स्कैंडियम +3, टाइटेनियम +2, +3, +4, वेनेडियम +5 तक, क्रोमियम +6 तक, +7, आयरन +6, कोबाल्ट +4, निकल +4, कॉपर +2 एंड जिंक +2। सो ਸਕੈਂਡੀਅਮ ਨੂੰ ਛੱਡ ਕੇ ਬਾਕੀ ਇਹਨਾਂ ਸਾਰਿਆਂ ਦੇ ਵਿੱਚ ਕਾਮਨ ਆਕਸੀਡੇਸ਼ਨ ਸਟੇਟ ਜਿਹੜੀ ਆ ਉਹ ਕਾਮਨ ਆਕਸੀਡੇਸ਼ਨ ਸਟੇਟ +2 ਹੋਏਗੀ। ਔਰ ਅਗਰ ਸਾਰਿਆਂ ਦੇ ਵਿੱਚੋਂ ਅਸੀਂ ਦੇਖੀਏ ਕਿ ਹਾਈਐਸਟ ਆਕਸੀਡੇਸ਼ਨ ਸਟੇਟ ਕੌਣ ਸ਼ੋ ਕਰ ਰਿਹਾ ਤੇ ਉਹ ਸਾਡਾ ਹੈਗਾ ਮੈਗਨੀਜ਼ ਦੀ ਹਾਈ ਆਕਸੀਡੇਸ਼ਨ ਸਟੇਟ ਸ਼ੋ ਹੁੰਦੀ ਹੈ। ਹੁਣ ਇੱਥੇ ਕੁਝ ਪੁਆਇੰਟਸ ਹੈ ਜਿਹੜੇ ਸਾਨੂੰ ਪਤਾ ਹੋਣੇ ਚਾਹੀਦੇ ਨੇ। ਜਿਹੜੇ ਐਲੀਮੈਂਟਸ ਆਪਣੀ +2 ਤੇ +3 ਆਕਸੀਡੇਸ਼ਨ ਸਟੇਟ ਦੇ ਵਿੱਚ ਨੇ ਉਹ ਆਇਨਿਕ ਬੌਂਡ ਬਣਾਉਂਦੇ ਆ, ਕਿਉਂਕਿ ਉਹਨਾਂ ਦੀ ਆਕਸੀਡੇਸ਼ਨ ਸਟੇਟ ਲੋ ਹੈ, ਇਸ ਕਰਕੇ ਉਹ ਆਇਨਿਕ ਬੌਂਡ ਉਹਨਾਂ ਦੇ ਵਿਚਕਾਰ ਹੁੰਦਾ ਹੈ। ਜਿੱਦਾਂ ਦੇਖੋ ਮੈਗਨੀਜ਼ ਦੀ ਸਭ ਤੋਂ ਜ਼ਿਆਦਾ ਆਕਸੀਡੇਸ਼ਨ ਸਟੇਟ ਸ਼ੋ ਕਰਦਾ +7। ਜਦੋਂ ਇਹ ਆਪਣੀ ਹਾਈਐਸਟ ਆਕਸੀਡੇਸ਼ਨ ਸਟੇਟ ਦੇ ਵਿੱਚ ਹੋਏਗਾ ਉਦੋਂ ਇਹ ਕੋਵਲੈਂਟ ਬੌਂਡ ਬਣਾਏਗਾ, ਉਦੋਂ ਇਹਨਾਂ ਦੇ ਜਿਹੜੇ ਬੌਂਡ ਹੋਣਗੇ ਕੋਵਲੈਂਟ ਹੋਣਗੇ, ਇਹ ਅਸੀਂ ਯਾਦ ਰੱਖਣਾ ਇੱਥੇ। ਸੋ ਆਪਣੀ ਲੋਐਸਟ ਆਕਸੀਡੇਸ਼ਨ ਸਟੇਟ ਦੇ ਵਿੱਚ ਇਹ ਆਇਨਿਕ ਬੌਂਡ ਬਣਾਉਣਗੇ ਤੇ ਹਾਈਐਸਟ ਆਕਸੀਡੇਸ਼ਨ ਸਟੇਟ ਦੇ ਵਿੱਚ ਕੋਵਲੈਂਟ ਬੌਂਡ ਬਣਾਉਣਗੇ। ਵੇਰੀਏਬਲ ਆਕਸੀਡੇਸ਼ਨ ਸਟੇਟਸ ਕਿਉਂ ਨੇ ਇਹਨਾਂ ਦੇ? ਕਿਉਂਕਿ ਇਹਨਾਂ ਦੇ ਡੀ ਆਰਬਿਟਲ ਦੇ ਵਿੱਚ ਇਨਕੰਪਲੀਟ ਔਰ ਯੂ ਕੈਨ ਸੇ ਪਾਰਸ਼ਲੀ ਫਿਲਡ ਇਲੈਕਟ੍ਰੋਨ ਹੁੰਦੇ, ਇਸ ਕਰਕੇ ਇੱਕ ਤੋਂ ਜ਼ਿਆਦਾ ਆਕਸੀਡੇਸ਼ਨ ਸਟੇਟ ਸ਼ੋ ਕਰ ਸਕਦੇ ਨੇ। ਅਗੇਨ ਰਿਵਾਈਜ਼ ਕਰੀਏ, ਸਕੈਂਡੀਅਮ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਇਹਨਾਂ ਦੀ ਕਾਮਨ ਆਕਸੀਡੇਸ਼ਨ ਸਟੇਟ +2 ਹੈ ਔਰ ਆਪਣੀ ਲੋਐਸਟ ਆਕਸੀਡੇਸ਼ਨ ਸਟੇਟ ਯਾਨੀ ਕਿ +2 ਤੇ +3 ਆਕਸੀਡੇਸ਼ਨ ਸਟੇਟ ਦੇ ਵਿੱਚ ਆਈ ਐਮ ਰਿਪੀਟਿੰਗ ਅਗੇਨ ਇਹ ਆਇਨਿਕ ਬੌਂਡ ਬਣਾਉਣਗੇ। ਆਪਣੀ ਹਾਈਐਸਟ ਆਕਸੀਡੇਸ਼ਨ ਸਟੇਟ ਦੇ ਵਿੱਚ ਜ਼ਿਆਦਾਤਰ ਕੋਵਲੈਂਟ ਬੌਂਡ ਬਣਾਉਣਗੇ ਔਰ ਇਹ ਕੋਆਰਡੀਨੇਸ਼ਨ ਕੰਪਾਊਂਡ ਨਾਲ ਮਿਲ ਕੇ ਕੰਪਲੈਕਸਿਸ ਵੀ ਬਣਾ ਸਕਦੇ। So this is all about general properties of transition elements. I hope कोई भी डाउट है तो तुसी कमेंट सेक्शन च जाके लिख सकते हो और please like and subscribe this channel for more videos. Thank you for watching this video.